ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਮੈਂ ਆਪਣੇ ਸਤਿਗੁਰੂ ਨੂੰ ਹਮੇਸ਼ਾ ਲਈ ਨਮਸਕਾਰ ਕਰਦਾ ਹਾਂ। ਮੈਂ ਆਪਣੇ ਸਤਿਗੁਰੂ ਨੂੰ ਹਮੇਸ਼ਾ ਲਈ ਮੱਥਾ ਟੇਕਦਾ ਹਾਂ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਜੇ ਸਤਿਗੁਰੂ ਦੇ ਨਾਲ ਮਿਲਣ ਕਰਕੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਾਣਿਆ, ਭਾਵ ਗੁਰੂ ਦੀ ਮਿਹਰ ਨਾਲ ਹੀ ਨਾਮ ਦੀ ਸ਼ਕਤੀ ਦਾ ਤੇ ਨਾਮ ਦੀ ਕਦਰੋ ਕੀਮਤ ਦਾ ਤੇ ਨਾਮ ਦੀ ਕੀਮਤ ਦਾ ਪਤਾ ਲੱਗਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਦਾ ਨਾਮ ਦੇਖਣ ਨੂੰ ਭਾਵੇਂ ਬਹੁਤ ਛੋਟਾ ਲੱਗਦਾ ਹੈ, ਪਰ ਵੇਖ ਲਓ ਅੱਗ ਦੀ ਇੱਕ ਚਿੰਗਿਆੜੀ ਹੁੰਦੀ ਹੈ ਤੇ ਉਹਦੇ ਵਿੱਚ ਕਿੱਡੀ ਵੱਡੀ ਤਾਕਤ ਹੈ। ਇੱਕੋ ਅੱਗ ਦੀ ਚਿੰਗਿਆੜੀ ਮਣਾ ਮੂੰਹ ਈਂਧਣ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਈਂਧਣ ਕੀਤੋ ਮੂੰਹ ਕਣਾ ਭੋਰੀ ਦਤੀਮ ਪਾਹੇ। ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਦੁਖੜੇ ਓਲਾਹੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵੇਖ ਲਓ, ਜਿਵੇਂ ਥੋੜ੍ਹੀ ਜਿਹੀ ਅੱਗ, ਇੱਕੋ ਅੱਗ ਦੀ ਚਿੰਗਿਆੜੀ ਮਣਾ ਮੂੰਹ ਈਂਧਣ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਹੀ ਸ਼ਕਤੀ ਨਾਮ ਦੇ ਵਿੱਚ ਹੈ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਜੇ ਸਤਿਗੁਰੂ ਦੇ ਨਾਲ ਮਿਲਣ ਕਰਕੇ ਮੈਂ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਨੂੰ, ਨਾਮ ਦੀ ਬਰਕਤ ਨੂੰ ਤੇ ਨਾਮ ਦੀ ਕਦਰੋ ਕੀਮਤ ਨੂੰ ਜਾਣਿਆ ਹੈ, ਮੈਂ ਉਸ ਸਤਿਗੁਰੂ ਨੂੰ ਹਮੇਸ਼ਾ ਲਈ ਨਮਸਕਾਰ ਕਰਦਾ ਹਾਂ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੇਵ ਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਗੁਰਮੁਖ ਸੇਵ ਨਾ ਕੀਨੀਆਂ, ਉਹਨਾਂ ਨੇ ਮੁਖੀ ਸਤਿਗੁਰੂ ਦੀ ਕਦੇ ਸੇਵਾ ਵੀ ਨਹੀਂ ਕੀਤੀ। ਹਰ ਨਾਮ ਨਾ ਲੱਗੋ ਪਿਆਰ, ਤੇ ਨਾ ਹੀ ਉਹਨਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਕਦੀ ਪਿਆਰ ਲੱਗਿਆ। ਨਾ ਉਹਨਾਂ ਨੇ ਕਦੇ ਸਤਿਗੁਰੂ ਦੀ ਸੇਵਾ ਕੀਤੀ ਤੇ ਨਾ ਹੀ ਉਹਨਾਂ ਦਾ ਨਾਮ ਦੇ ਨਾਲ ਪਿਆਰ ਲੱਗਿਆ ਹੈ। ਸ਼ਬਦੈ ਸਾਧਨਾ ਆਇਓ ਮਰ ਜਨਮੈ ਵਾਰੋ ਵਾਰ। ਸ਼ਬਦ ਦਾ ਅਰਥ ਹੈ ਉਹਨਾਂ ਨੂੰ ਗੁਰਬਾਣੀ ਦਾ, ਸ਼ਬਦ ਦਾ ਵੀ ਰਸ ਨਹੀਂ ਆਇਆ। ਮਰ ਜਨਮੈ ਵਾਰੋ ਵਾਰ, ਇਸੇ ਲਈ ਬਾਰ ਬਾਰੋਂ ਜੰਮਦੇ ਮਰਦੇ ਹੀ ਰਹਿੰਦੇ ਹਨ। ਜਿਨ੍ਹਾਂ ਨੇ ਨਾ ਕਦੀ ਗੁਰੂ ਦੀ ਸੇਵਾ ਕੀਤੀ, ਨਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੀ ਲੱਗਿਆ, ਨਾ ਹੀ ਉਹਨਾਂ ਨੂੰ ਬਾਣੀ ਦਾ, ਸ਼ਬਦ ਦਾ ਕਦੀ ਰਸ ਹੀ ਆਇਆ, ਭਾਵ ਉਹ ਕਦੀ ਬਾਣੀ ਪੜ੍ਹਦੇ ਹੀ ਨਹੀਂ, ਉਹਨਾਂ ਨੂੰ ਰਸ ਕੀ ਆਉਣਾ। ਮਰ ਜਨਮੈ ਵਾਰੋ ਵਾਰੋ, ਤੇ ਬਾਰ ਬਾਰ ਜੰਮਦੇ ਮਰਦੇ ਰਹਿੰਦੇ ਹਨ। ਮਨਮੁਖ ਅੰਧ ਨਾ ਚੇਤੈ ਕਿਤ ਆਇਆ ਸੈਸਾਰ। ਹਜ਼ੂਰ ਫਰਮਾਉਂਦੇ ਨੇ ਮਨਮੁਖ ਤੇ ਮਾਨਸਿਕ ਤੌਰ ਤੇ ਅੰਨਾ ਹੈ। ਕਿਉਂ? ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦਾ। ਜੇ ਉਹਨੂੰ ਅੰਦਰੋਂ ਮਾੜੀ ਮੋਟੀ ਸਮਝ ਹੋਵੇ ਫਿਰ ਤੇ ਵਾਹਿਗੁਰੂ ਦਾ ਸਿਮਰਨ ਕਰੇ ਵੀ, ਪਰ ਉਹ ਮਾਨਸਿਕ ਤੌਰ ਤੇ ਅੰਨਾ ਹੈ। ਮਨਮੁਖ ਆਦਮੀ ਕਹਿੰਦੇ ਨੇ ਰੱਬ ਕਿੱਥੇ ਹੈ, ਰੱਬ ਤੇ ਹੈ ਹੀ ਨਹੀਂ। ਮਨਮੁਖ ਅੰਨਾ ਹੈ, ਉਹਨੂੰ ਪਰਮੇਸ਼ਰ ਦੀ ਹੋਂਦ ਬਾਰੇ ਪਤਾ ਹੀ ਨਹੀਂ, ਨਾ ਹੀ ਉਹ ਕਦੀ ਵਾਹਿਗੁਰੂ ਨੂੰ ਚੇਤੇ ਕਰਦਾ। ਕਿਤ ਆਇਆ ਸੈਸਾਰ, ਹਜ਼ੂਰ ਕਹਿੰਦੇ ਉਹ ਮਨਮੁਖ ਆਦਮੀ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ। ਉਹ ਤੇ ਨਾ ਹੀ ਆਉਂਦਾ ਤਾਂ ਵੀ ਕੁਛ ਫਰਕ ਨਹੀਂ ਸੀ ਪੈਣ ਲੱਗਿਆ, ਭਾਵ ਉਹ ਤੇ ਨਾ ਹੀ ਆਉਂਦਾ। ਜਿਵੇਂ ਕੋਈ ਆਦਮੀ ਕੋਈ ਬਹੁਤਾ ਮਾੜਾ ਕੰਮ ਕਰੇ ਨਾ, ਤੇ ਫਿਰ ਉਹਨੂੰ ਅਕਸਰ ਲੋਕ ਇਹ ਕਹਿਣ ਲੱਗ ਜਾਂਦੇ ਨੇ ਤੇਰੇ ਜੰਮਣ ਖਣੋਂ ਕੀ ਥੁੜਿਆ ਹੋਇਆ ਸੀ, ਇਦੋਂ ਤਾਂ ਤੂੰ ਨਾ ਹੀ ਜੰਮਦਾ ਜੇ ਤੂੰ ਆਹੀ ਕਲੰਕ ਲਾਉਣਾ ਸੀ। ਇਸੇ ਲਈ ਹਜ਼ੂਰ ਕਹਿੰਦੇ ਹਨ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰੈ ਬਿਨ ਨਾਵੈ ਖਪ ਖਪ ਮੋਏ ਕਰਾਂਝਾ। ਮਨਮੁਖ ਆਦਮੀ ਅੰਨਾ ਹੈ, ਉਹ ਕਦੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਕਿਤ ਆਇਆ ਸੈਸਾਰ, ਵੀ ਉਹ ਸੰਸਾਰ ਵਿੱਚ ਕਾਹਦੇ ਲਈ ਆਇਆ, ਭਾਵ ਉਹਨੂੰ ਆਪਣੇ ਆਉਣ ਦੇ ਕਾਰਨ ਦਾ ਵੀ ਪਤਾ ਨਹੀਂ।
ਉਹਨੂੰ ਇਹ ਵੀ ਪਤਾ ਨਹੀਂ ਮਨੁੱਖੀ ਜੀਵਨ ਦਾ ਅਸਲੀ ਪ੍ਰਯੋਜਨ ਕੀ ਹੈ। ਬਹੁਤੇ ਲੋਕ ਇਹੀ ਸਮਝੀ ਬੈਠੇ ਨੇ, ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਬਹੁਤੇ ਲੋਕ ਇਹੀ ਕਹਿੰਦੇ ਨੇ ਵੀ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ, ਇਸ ਲਈ ਇਹਦੇ ਵਿੱਚ ਐਸ਼ ਕਰਨੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਮਨਮੁਖ ਅੰਨਾ ਹੈ, ਜਿਸਨੇ ਕਦੇ ਗੁਰੂ ਦੀ ਸੇਵਾ ਨਹੀਂ ਕੀਤੀ, ਕਦੇ ਨਾਮ ਨਹੀਂ ਜਪਿਆ, ਕਦੇ ਬਾਣੀ ਦਾ ਜਿਸਨੂੰ ਰਸ ਨਹੀਂ ਆਇਆ, ਉਹ ਮਨਮੁਖ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ। ਉਹਦਾ ਆਉਣਾ ਹੀ ਸੰਸਾਰ ਦੇ ਵਿੱਚ ਬੇਮੈਨਾ ਹੈ। ਨਾਨਕ ਜਨ ਕੋ ਨਦਰ ਕਰੇ, ਸੇ ਗੁਰਮੁਖ ਲੰਘੇ ਪਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਨਦਰ ਕਰੇ, ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਸੇ ਗੁਰਮੁਖ ਲੰਘੇ ਪਾਰ, ਉਹ ਗੁਰਮੁਖ ਵਿਅਕਤੀ ਭਾਈ ਭਵਸਾਗਰ ਤੋਂ ਪਾਰ ਲੰਘੇ ਹਨ। ਜਿਨ੍ਹਾਂ ਤੇ ਮਾਲਕ ਦੀ ਮਿਹਰ ਹੁੰਦੀ ਹੈ, ਉਹੀ ਗੁਰੂ ਦੁਆਰਾ ਨਾਮ ਦੇ ਜਹਾਜ਼ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਨਹੀਂ ਤੇ ਬਾਕੀ ਸਾਰੇ ਇੱਥੇ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ। ਮਹੱਲਾ ਤੀਜਾ। ਏਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹਿ ਪਿਆਸ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸਤਿਗੁਰੂ ਦੀ ਮਹਿਮਾ ਕਰਦੇ ਹਨ। ਇੱਕੋ ਸਤਿਗੁਰ ਜਾਗਤਾ, ਬਈ ਇੱਕੋ ਸਤਿਗੁਰੂ ਹੀ ਸੰਸਾਰ ਦੇ ਵਿੱਚ ਜਿਉਂਦੇ ਜਾਗਦੇ ਮਹਾਂਪੁਰਖ ਨੇ। ਹੋਰ ਜਗ ਸੂਤਾ ਮੋਹਿ ਪਿਆਸ, ਹੋਰ ਜਿਤਨਾ ਵੀ ਸੰਸਾਰ ਹੈ ਮਾਇਆ ਦੇ ਮੋਹ ਦੀ ਨਿੰਦਰਾ ਦੇ ਵਿੱਚ, ਤ੍ਰਿਸ਼ਨਾ ਦੀ ਪਿਆਸ ਦੇ ਵਿੱਚ ਹੀ ਸੁੱਤਾ ਪਿਆ ਹੈ। 12 ਵਧੀਕ ਸ਼ਲੋਕਾਂ ਵਿੱਚ ਵੀ ਸਤਿਗੁਰੂ ਦੇ ਬਚਨ ਆਏ ਨੇ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ। ਇਹ ਝੂਠੀ ਮਾਇਆ ਦੇ ਵਾਸਤੇ ਬੇਅੰਤ ਲੋਕ ਸੁੱਤੇ ਪਏ ਨੇ। ਭਾਵ ਉਹਨਾਂ ਨੇ ਜੀਵਨ ਦਾ ਉਦੇਸ਼ ਇਹੀ ਸਮਝਿਆ ਹੋਇਆ ਹੈ ਬਈ ਬਸ ਮਾਇਆ ਇਕੱਠੀ ਕਰਨੀ ਹੈ। ਹਜ਼ੂਰ ਕਹਿੰਦੇ ਨੇ ਇੱਕੋ ਸਤਿਗੁਰੂ ਹੀ ਜਾਗਦਾ ਹੈ, ਹੋਰ ਸਾਰਾ ਸੰਸਾਰ ਮਾਇਆ ਦੇ ਮੋਹ ਦੀ ਨੀਂਦ ਵਿੱਚ ਤੇ ਆਸਾ ਤ੍ਰਿਸ਼ਨਾ ਦੀ ਪਿਆਸ ਦੇ ਵਿੱਚ ਸੁੱਤਾ ਪਿਆ ਹੈ। ਸਤਿਗੁਰ ਸੇਵਨ ਜਾ ਗਨ ਸੇ, ਜੋ ਰਤੇ ਸਚ ਨਾਮ ਗੁਣ ਤਾਸ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਹਨ, ਉਹ ਭਾਈ ਸੁੱਤੇ ਪਏ ਜਾਗ ਵੀ ਪੈਂਦੇ ਨੇ। ਨਾਨਕ ਸੇ ਜਾ ਗੰਜੇ ਰਸਨਾ ਨਾਮ ਉਚਾਰਨੇ। ਪਹਿਲਾਂ ਤੇ ਸਤਿਗੁਰੂ ਨੇ ਆਖਿਆ ਸੀ ਨਾ, ਸੁਤੜੇ ਅਸੰਖ ਮਾਇਆ ਝੂਠੀ ਕਰਨੇ, ਫਿਰ ਨਾਲ ਇਹ ਵੀ ਕਹਿ ਦਿੱਤਾ ਨਾਨਕ ਸੇ ਜਾ ਗੰਜੇ ਰਸਨਾ ਨਾਮ ਉਚਾਰਨੇ। ਜਿਹੜੇ ਗੁਰਮੁਖ ਪਿਆਰੇ ਰਸਨਾ ਤੋਂ ਨਾਮ ਜਪਦੇ ਹਨ, ਉਹ ਸੁੱਤੇ ਪਏ ਜਾਗ ਵੀ ਪੈਂਦੇ ਨੇ। ਸਤਿਗੁਰੂ ਦੀ ਬਾਣੀ ਵੀ ਸਾਨੂੰ ਬਾਰ-ਬਾਰ ਟੁੰਬਦੀ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਹਜ਼ੂਰ ਫਰਮਾਉਂਦੇ ਨੇ ਵੀ ਇੱਕੋ ਸਤਿਗੁਰੂ ਹੀ ਜਾਗਦੇ ਨੇ। ਜਿਹੜੇ ਉਹ ਸਤਿਗੁਰੂ ਦੀ ਸੇਵਾ ਕਰਦੇ ਨੇ ਉਹ ਵੀ ਜਾਗ ਪੈਂਦੇ ਨੇ। ਭਾਵ ਉਹਨਾਂ ਨੂੰ ਸਤਿਗੁਰੂ ਗਿਆਨ ਦੀ ਅਵਸਥਾ ਬਖਸ਼ਿਸ਼ ਕਰ ਦਿੰਦੇ ਹਨ। ਉਹਨਾਂ ਦੀ ਅੰਦਰੋਂ ਸੁਰਤ ਜਾਗ ਪੈਂਦੀ ਹੈ, ਉਹਨਾਂ ਦਾ ਅੰਦਰੋਂ ਮਨ ਜਾਗ ਪੈਂਦਾ ਹੈ। ਜੋ ਰਤੇ ਸੱਚ ਨਾਮ ਗੁਣ ਤਾਸ। ਜਾਗਦੇ ਕੌਣ ਨੇ? ਜੋ ਗੁਣਾਂ ਦੇ ਤਾਸ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਉਹੀ ਸਿਧਾਂਤ ਆ ਗਿਆ ਨਾ, ਨਾਨਕ ਸੇਜਾ ਗੰਜੇ ਰਸਨਾ ਨਾਮ ਉਚਾਰਨੇ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ, ਬਈ ਉਹੀ ਅਸਲੀ ਗੁਰਮੁਖ ਜਾਗਦੇ ਹਨ। ਮਨਮੁਖ ਅੰਧ ਨਾ ਚੇਤਨੇ, ਜਨ ਮਰ ਹੋਏ ਬਿਨਾਸ਼। ਮਨਮੁਖ ਬੰਦੇ ਕਦੇ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦੇ, ਕਿਉਂਕਿ ਉਹ ਅੰਨੇ ਨੇ, ਮਾਨਸਿਕ ਤੌਰ ਤੇ ਅੰਨੇ ਹਨ। ਉਹਨਾਂ ਨੂੰ ਸੰਸਾਰ ਤੇ ਦਿਸਦਾ ਹੈ ਪਰ ਨਿਰੰਕਾਰ ਨਹੀਂ ਦਿਸਦਾ। ਉਹਨਾਂ ਨੂੰ ਦੁਨੀਆ ਦਿਸਦੀ ਹੈ ਪਰ ਉਹਨਾਂ ਨੂੰ ਦਰਗਾਹ ਨਹੀਂ ਦਿਸਦੀ। ਮਨਮੁਖ ਅੰਨੇ ਨੇ ਤੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਜਨਮ ਮਰ ਹੋਏ ਬਿਨਾਸ਼। ਉਹ ਜੰਮਦੇ ਹਨ, ਮਰਦੇ ਨੇ ਤੇ ਜੰਮ ਕੇ ਮਰ ਕੇ ਫਿਰ ਉਹ ਨਾਸ ਹੁੰਦੇ ਨੇ, ਤਬਾਹ ਹੁੰਦੇ ਨੇ, ਬਰਬਾਦ ਹੁੰਦੇ ਰਹਿੰਦੇ ਹਨ। ਨਾਨਕ ਗੁਰਮੁਖ ਤਿਨੀ ਨਾਮ ਤੇ ਆਇਆ, ਜਿਨ ਕੋ ਧੁਰ ਪੂਰਬ ਲਿਖਿਆਸ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਨਾਨਕ ਗੁਰਮੁਖ ਤਿਨੀ ਨਾਮ ਤੇ ਆਇਆ। ਬਈ ਉਹਨਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਜਿਨ ਕੋ ਤੁਰ ਪੂਰਬ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਤੁਰ ਦਰਗਾਹ ਤੋਂ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੋਇਆ ਸੀ। ਕਿਉਂਕਿ ਚੰਗੇ ਭਾਗਾਂ ਤੋਂ ਬਿਨਾਂ ਵੀ ਨਾਮ ਨਹੀਂ ਜਪਿਆ ਜਾਂਦਾ। ਉਹਨਾਂ ਨੇ ਗੁਰਮੁਖ ਬਣ ਕੇ ਜਾਂ ਗੁਰੂ ਦੁਆਰਾ ਨਾਮ ਜਪਿਆ ਹੈ, ਜਿਨ੍ਹਾਂ ਦੇ ਮੱਥੇ ਤੇ ਤੁਰ ਦਰਗਾਹ ਤੋਂ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੋਇਆ ਸੀ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਨਾਮ ਦੀ ਮਹਿਮਾ ਕਰਦੇ ਹਨ। ਪੌੜੀ ਹਰ ਨਾਮ ਹਮਾਰਾ ਭੋਜਨ ਛਤੀ ਹੀ ਪ੍ਰਕਾਰ, ਜਿਤ ਖਾਇ ਹਮਕੋ ਤ੍ਰਿਪਤ ਭਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ 36 ਪ੍ਰਕਾਰ ਦਾ ਭੋਜਨ ਹੈ। ਕਿਉਂਕਿ 36 ਪ੍ਰਕਾਰ ਤੋਂ ਮੁਰਾਦ ਹੈ ਨਾਨਾ ਪ੍ਰਕਾਰ ਦਾ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ 36 ਪ੍ਰਕਾਰ ਦਾ ਭੋਜਨ ਹੈ। ਜਿਵੇਂ ਇੱਕ ਥਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਆਏ ਨੇ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸੰਬੰਧ ਵਿੱਚ, ਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ 36 ਪ੍ਰਕਾਰ ਦਾ ਭੋਜਨ ਹੈ। ਜਿਤ ਖਾਇਆ ਹਮਕੋ ਤ੍ਰਿਪਤ ਪਈ, ਜਿਸ ਦੇ ਖਾਣ ਦੇ ਨਾਲ ਸਾਨੂੰ ਆਤਮਕ ਤ੍ਰਿਪਤੀ ਹਾਸਲ ਹੋ ਗਈ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਤੇ ਇਹ ਵੀ ਸਤਿਗੁਰੂ ਮਹਾਰਾਜ ਦੇ ਬਚਨ ਨੇ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ। ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦੇ ਹਾਂ, ਉਹਦੇ ਵਿੱਚੋਂ ਸਾਰੇ ਮਿੱਠੇ ਰਸ ਸਾਨੂੰ ਪ੍ਰਾਪਤ ਹੁੰਦੇ ਨੇ। ਸੁਣਿਆ ਸਾਲੋਣੇ, ਜਦੋਂ ਨਾਮ ਨੂੰ ਸੁਣਦੇ ਹਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ, ਤੇ ਜਿੰਨੇ ਸਲੂਣੇ ਭੋਜਨ ਨੇ ਉਹਨਾਂ ਦਾ ਸਵਾਦ, ਉਹਨਾਂ ਦਾ ਰਸ ਸਾਨੂੰ ਮਿਲ ਜਾਂਦਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ, ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਜਦੋਂ ਅਸੀਂ ਮੂੰਹੋਂ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਾਂ ਤੇ ਖਟ ਮਿੱਠੇ ਭੋਜਨਾਂ ਦਾ ਸਵਾਦ ਸਾਨੂੰ ਪ੍ਰਾਪਤ ਹੋ ਜਾਂਦਾ। ਮਾਰਨ ਨਾਦ ਕੀਏ, ਜਦੋਂ ਉੱਚੀ ਅਸੀਂ ਧੁਨੀ ਵਿੱਚ ਕੀਰਤਨ ਜਾਂ ਸ਼ਬਦ ਉਚਾਰਨ ਕਰਦੇ ਹਾਂ, ਜਾਂ ਕੀਰਤਨ ਦੇ ਵਿੱਚ ਨਾਮ ਦਾ ਉਚਾਰਨ ਕਰਦੇ ਹਾਂ, ਇਹ ਮਸਾਲੇਦਾਰ ਭੋਜਨ ਸਾਰੇ ਸਾਨੂੰ ਪ੍ਰਾਪਤ ਹੋ ਜਾਂਦੇ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮਹਿ ਚੱਲੇ ਵਿਕਾਰ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ 36 ਪ੍ਰਕਾਰ ਦਾ ਭੋਜਨ ਹੈ, ਜਿਸ ਦੇ ਖਾਣ ਦੇ ਨਾਲ ਸਾਨੂੰ ਆਤਮਕ ਤ੍ਰਿਪਤੀ ਹਾਸਲ ਹੋ ਗਈ ਹੈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੈ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਵਾਹਿਗੁਰੂ ਦਾ ਨਾਮ ਹੀ ਸਾਡਾ ਪਹਿਨਣ ਦਾ ਅਰਥ ਪੁਸ਼ਾਕ ਹੈ। ਵਾਹਿਗੁਰੂ ਦਾ ਨਾਮ ਹੀ ਸਾਡਾ ਚੋਲਾ ਹੈ, ਜਿਸ ਨੂੰ ਪਹਿਨ ਕੇ ਫਿਰ ਨੰਗੇ ਨਹੀਂ ਹੋਈਦਾ, ਬੇਇੱਜ਼ਤ ਨਹੀਂ ਹੋਈਦਾ, ਬੇਆਬਰੂ ਨਹੀਂ ਹੋਈਦਾ। ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਜਦੋਂ ਵਾਹਿਗੁਰੂ ਦੇ ਨਾਮ ਦਾ ਰੂਹਾਨੀ ਚੋਲਾ ਸਾਨੂੰ ਪ੍ਰਾਪਤ ਹੋ ਗਿਆ, ਇਹ ਗਿਆਨ ਦਾ ਸਿਫਤ ਸਲਾਹ ਦਾ ਚੋਲਾ ਸਾਨੂੰ ਪ੍ਰਾਪਤ ਹੋ ਗਿਆ, ਹੋਰ ਪਹਿਨਣ ਦੀ ਸਾਡੀ ਸ਼ਰਧਾ ਭਾਵ ਇੱਛਾ ਹੀ ਚਲੀ ਗਈ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਾਪਾਰ, ਹਰ ਨਾਮੈ ਕੀ ਹਮ ਕੋ ਸਤਿਗੁਰ ਕਾਰ ਕੁੰਨੇ ਦੇ। ਹਰ ਨਾਮ ਹਮਾਰਾ ਵਣਜ, ਵਾਹਿਗੁਰੂ ਦਾ ਨਾਮ ਹੀ ਸਾਡਾ ਵਣਜ ਹੈ, ਤੇ ਵਾਹਿਗੁਰੂ ਦਾ ਨਾਮ ਹੀ ਵਪਾਰ ਹੈ। ਇੱਕ ਪਾਸੇ ਕੋਈ ਚੀਜ਼ ਖਰੀਦੀ ਜਾਂਦੀ ਹੈ, ਦੂਜੇ ਪਾਸੇ ਵੇਚੀ ਜਾਂਦੀ ਹੈ। ਖਰੀਦ ਤੇ ਅਫਰੋਖਤ ਦੋ ਵਪਾਰ ਦੇ ਸੰਬੰਧ ਨੇ, ਦੋ ਪੱਖ ਨੇ। ਵਾਹਿਗੁਰੂ ਦੇ ਨਾਮ ਨੂੰ ਹੀ ਅਸੀਂ ਖਰੀਦਦੇ ਹਾਂ ਤੇ ਵਾਹਿਗੁਰੂ ਦੇ ਨਾਮ ਨੂੰ ਹੀ ਅੱਗੇ ਵੇਚਦੇ ਹਾਂ। ਇਹਦਾ ਮਤਲਬ ਇਹ ਹੈ, ਅਸੀਂ ਆਪ ਵੀ ਨਾਮ ਜਪਦੇ ਹਾਂ, ਦੂਸਰਿਆਂ ਨੂੰ ਵੀ ਨਾਮ ਜਪਾਉਂਦੇ ਹਾਂ। ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ, ਤੇ ਸਤਿਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਕਾਰ ਕੁੰਨੀ ਦਾ ਅਰਥ ਹੈ ਵੀ ਕਾਰ ਮੁਖਤਿਆਰੀ। ਸਾਨੂੰ ਸਤਿਗੁਰੂ ਨੇ ਵਾਹਿਗੁਰੂ ਦੇ ਨਾਮ ਦੀ ਕਾਰ ਮੁਖਤਿਆਰੀ ਦੇ ਦਿੱਤੀ ਹੈ, ਭਾਵ ਸਾਨੂੰ ਨਾਮ ਜਪਾਉਣ ਦਾ ਇਹ ਅਧਿਕਾਰ ਦੇ ਦਿੱਤਾ ਹੈ।
ਵੀ ਗੁਰਮੁਖਾ ਤੂੰ ਆਪ ਵੀ ਨਾਮ ਜਪਣਾ ਤੇ ਦੂਸਰਿਆਂ ਨੂੰ ਵੀ ਜਪਾਉਣਾ ਹੈ। ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹਰ ਨਾਮੈ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਅਸਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਲੇਖਾ ਲਿਖਿਆ ਹੈ। ਦੁਨੀਆ ਦਾ ਹੋਰ ਲੇਖੇ ਲਿਖਦੀ ਫਿਰਦੀ ਹੈ, ਪਰ ਅਸੀਂ ਤੇ ਵਾਹਿਗੁਰੂ ਦੇ ਨਾਮ ਦਾ ਹੀ ਲੇਖਾ ਲਿਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਾਲੇ ਬਾਲ ਅਵਸਥਾ ਵਿੱਚ ਸਨ, ਬਾਬਾ ਕਾਲੂ ਜੀ ਨੇ ਗੋਪਾਲ ਪਾਧੇ ਪਾਸ ਪੜ੍ਹਨ ਵਾਸਤੇ ਭੇਜ ਦਿੱਤਾ। ਗੋਪਾਲ ਪਾਧਾ ਸਤਿਗੁਰੂ ਨੂੰ ਕਹਿਣ ਲੱਗਾ, ਤੁਸੀਂ ਆ ਪੱਟੀ ਲਿਖੋ। ਉਸ ਨੇ ਇੱਕ ਲੱਕੜ ਦੀ ਤਖਤੀ ਲੈ ਕੇ ਉਹਦੇ ਉੱਤੇ ਕੁਝ ਅੱਖਰ ਲਿਖੇ। ਕਹਿਣ ਲੱਗਾ, ਤੁਸੀਂ ਇਹ ਪੜ੍ਹੋ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਪਾਧਾ ਤੇ ਸਾਨੂੰ ਕੁਛ ਹੋਰ ਹੀ ਲੇਖਾ ਸਿਖਾਉਣ ਲੱਗਿਆ ਹੈ, ਸਤਿਗੁਰੂ ਕਹਿਣ ਲੱਗੇ, ਪਾਧਾ ਜੀ ਅਸੀਂ ਇਹ ਤੁਹਾਡਾ ਜਿਹੜਾ ਤੁਸੀਂ ਲੇਖਾ ਸਾਨੂੰ ਲਿਖਣਾ ਸਿਖਾ ਰਹੇ ਹਾਂ, ਇਹ ਸਾਨੂੰ ਸਿੱਖਣ ਦੀ ਕੋਈ ਤਮੰਨਾ ਨਹੀਂ ਹੈ। ਜੇ ਤੁਸੀਂ ਸਾਨੂੰ ਕੋਈ ਲੇਖਾ ਸਿਖਾਉਣਾ ਹੀ ਹੈ ਤੇ ਐਸਾ ਲੇਖਾ ਲਿਖਣਾ ਸਿਖਾਓ। ਸਤਿਗੁਰੂ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਸੀ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨਾ ਪਾਰਾਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਧੇ ਨੂੰ ਕਹਿਣ ਲੱਗੇ, ਤੂੰ ਪਹਿਲਾਂ ਤੇ ਸਿਆਹੀ ਬਣਾ। ਸਿਆਹੀ ਕਿਵੇਂ ਬਣਾਉਣੀ ਹੈ? ਜਾਲ ਮੋਹ, ਮੋਹ ਨੂੰ ਸਾੜ ਕੇ ਤੇ ਫਿਰ ਅੱਗੇ ਸਿਆਹੀ ਤਿਆਰ ਕਰ। ਜਾਲ ਮੋਹ ਕਾਸ ਮਸ ਕਰ, ਮੋਹ ਨੂੰ ਸਾੜ ਕੇ ਤੇ ਫਿਰ ਉਹਨੂੰ ਅੱਗੇ ਜਿਹੜੀ ਕਾਲਸ ਹੈ ਉਹਨੂੰ ਘਸਾ ਕੇ ਸਿਆਹੀ ਤਿਆਰ ਕਰ। ਮਤ ਕਾਗਦ ਕਰ ਸਾਰ, ਤੇ ਜਿਹੜੀ ਉੱਜਲ ਮਤ ਹੈ, ਸ੍ਰੇਸ਼ਟ ਬੁੱਧੀ ਹੈ, ਇਹਨੂੰ ਕਾਗਜ਼ ਬਣਾ। ਪਾਓ ਕਲਮ ਕਰ, ਪ੍ਰੇਮ ਨੂੰ ਕਲਮ ਬਣਾ। ਪਾਓ ਕਲਮ ਕਰ ਚਿੱਤ ਲਿਖਾਰੀ, ਚਿੱਤ ਨੂੰ ਲਿਖਾਰੀ ਬਣਾ। ਗੁਰ ਪੁੱਛ ਲਿਖ ਵਿਚਾਰ, ਤੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ। ਲਿਖਣਾ ਕੀ ਹੈ? ਲਿਖ ਨਾਮ ਸਾ ਲਾਹ ਲਿਖ, ਗੁਰੂ ਤੋਂ ਪੁੱਛ ਕੇ ਵਾਹਿਗੁਰੂ ਦਾ ਨਾਮ ਲਿਖ, ਤੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ, ਉਹਦੀ ਵਡਿਆਈ ਵੀ ਲਿਖ। ਲਿਖ ਅੰਤ ਨਾ ਪਾਰਾਵਾਰ, ਤੇ ਨਾਲ ਇਹ ਵੀ ਲਿਖ ਵੀ ਉਸ ਵਾਹਿਗੁਰੂ ਦਾ ਕੋਈ ਅੰਤ ਪਾਰਾਵਾਰ ਨਹੀਂ ਜਾਣ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਵੀ ਇੱਥੇ ਫਰਮਾਉਂਦੇ ਹਨ, ਹਰ ਨਾਮੈ ਕਾ ਹਮ ਲੇਖਾ ਲਿਖਿਆ। ਗੁਰਮੁਖੋ ਅਸੀਂ ਵਾਹਿਗੁਰੂ ਦੇ ਨਾਮ ਦਾ ਹੀ ਲੇਖਾ ਲਿਖਿਆ ਹੈ। ਸਭ ਜਮ ਕੀ ਅਗਲੀ ਕਾਣ ਗਈ। ਹੁਣ ਜਿਹੜੀ ਅਗਲੀ ਜਮਾਂ ਦੀ ਕਾਨ ਕਨੌੜ ਸੀ, ਉਹ ਹੁਣ ਸਾਡੀ ਸਾਰੀ ਚਲੀ ਗਈ ਹੈ। ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਤੇ ਆਇਆ, ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਤੇ ਆਇਆ। ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਸੇ ਵਿਰਲੇ ਹੀ ਗੁਰਮੁਖ ਨੇ ਤੇ ਆਇਆ। ਕਿਸ ਨੇ ਤੇ ਆਇਆ ਹੈ? ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ, ਜਿਨ੍ਹਾਂ ਦੇ ਮੱਥੇ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਕਰਮ ਮਿਹਰ ਦੁਆਰਾ ਧੁਰ ਤੋਂ ਹੀ ਨਾਮ ਜਪਣ ਦੀ ਲਿਖਤ ਪਈ ਹੋਈ ਸੀ, ਉਹਨਾਂ ਨੂੰ ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ। ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ, ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਹੀ ਵਾਹਿਗੁਰੂ ਦੇ ਮਿਹਰ ਦੁਆਰਾ ਨਾਮ ਪ੍ਰਾਪਤੀ ਦੀ ਲਿਖਤ ਪਈ ਹੋਈ ਸੀ, ਤੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਸ਼ਲੋਕ ਮਹੱਲਾ ਤੀਜਾ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸੰਸਾਰ ਦੀ ਹਾਲਤ ਬਿਆਨ ਕਰਦੇ ਹਨ। ਜਗਤ ਅਗਿਆਨੀ ਅੰਧ ਹੈ। ਜਿਹੜਾ ਸੰਸਾਰ ਹੈ ਇਹ ਅਗਿਆਨੀ ਹੈ ਤੇ ਅੰਨਾ ਵੀ ਹੈ, ਮਾਨਸਿਕ ਤੌਰ ਤੇ ਅੰਨਾ ਹੈ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਇਹ ਜਿਹੜਾ ਸੰਸਾਰ ਹੈ ਅਗਿਆਨੀ ਹੈ ਤੇ ਮਾਨਸਿਕ ਤੌਰ ਤੇ ਅੰਨਾ ਹੈ। ਦੂਜੇ ਪਾਏ ਕਰਮ ਕਮਾਏ,
ਇਹ ਦੂਜੇ ਪਾਸੇ ਪ੍ਰੇਮ ਕਰਕੇ, ਪਰਮੇਸ਼ਰ ਨਾਲ ਨਹੀਂ, ਦੂਜੇ ਪਾਸੇ ਦੁਨੀਆ ਨਾਲ, ਦੁਨੀਆ ਦੇ ਰੂਪ ਰੰਗ ਦੇ ਨਾਲ ਪ੍ਰੇਮ ਕਰਕੇ ਕਰਮ ਕਮਾਏ, ਇਹ ਚੰਗੇ ਮਾੜੇ ਕਰਮ ਕਰ ਰਿਹਾ ਹੈ। ਦੂਜਾ ਪਾਏ ਜੇ ਤੇ ਕਰਮ ਕਰੇ, ਦੁੱਖ ਲੱਗੈ ਤਨ ਧਾਏ। ਇਹ ਮਨੁੱਖ ਇਹ ਸੰਸਾਰ ਦੁਐਤ ਭਾਵ ਦੇ ਵਿੱਚ ਲਾ ਕੇ ਜਿੰਨੇ ਵੀ ਕਰਮ ਕਰਦਾ ਹੈ, ਚਾਹੇ ਦੁਨਿਆਵੀ ਤੇ ਚਾਹੇ ਕੋਈ ਹੋਰ, ਦੁੱਖ ਲੱਗੈ ਤਨ ਧਾਏ, ਉਹਦੇ ਨਾਲ ਸਰੀਰ ਉੱਤੇ ਤਾਵਾ ਕਰਕੇ ਦੁੱਖ ਹੀ ਲੱਗਦੇ ਨੇ। ਜੇ ਤੇ ਪਰਮੇਸ਼ਰ ਦੇ ਨਾਲ ਪਿਆਰ ਹੋਵੇ ਫਿਰ ਤਾਂ ਸਾਡੇ ਕੀਤੇ ਸਾਰੇ ਕਰਮ ਸਫਲ ਨੇ। ਜੇ ਸਾਡਾ ਪ੍ਰੇਮ ਦੂਜੇ ਪਾਸੇ ਮਾਇਆ ਨਾਲ ਹੈ, ਦੁਨੀਆ ਦੇ ਸੁੱਖਾਂ ਨਾਲ ਹੈ, ਦੂਜੇ ਭਾਵ ਦੇ ਵਿੱਚ ਅਸੀਂ ਜਿੰਨੇ ਕਰਮ ਕਰਦੇ ਹਾਂ ਉਹਦੇ ਨਾਲ ਸਾਡੇ ਸਰੀਰ ਉੱਤੇ ਦੁੱਖ ਹੀ ਤਾਵਾ ਕਰਕੇ ਲੱਗਦੇ ਹਨ। ਗੁਰ ਪ੍ਰਸਾਦੀ ਸੁਖ ਊਪਜੈ, ਜਾਂ ਗੁਰ ਕਾ ਸ਼ਬਦ ਕਮਾਏ। ਪਰ ਸਤਿਗੁਰੂ ਕਹਿੰਦੇ ਹਾਂ, ਗੁਰੂ ਦੀ ਮਿਹਰ ਦੇ ਨਾਲ ਜੇ ਅਸੀਂ ਗੁਰੂ ਕਾ ਸ਼ਬਦ ਕਮਾਈਏ, ਜੋ ਗੁਰੂ ਦਾ ਬਖਸ਼ਿਆ ਨਾਮ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਨਾਮ ਦੀ ਕਮਾਈ ਕਰੀਏ, ਸੁਖ ਉਪਜੈ। ਫਿਰ ਆਤਮਕ ਸੁਖ ਪੈਦਾ ਵੀ ਹੋ ਸਕਦਾ ਹੈ। ਸੱਚੀ ਬਾਣੀ ਕਰਮ ਕਰੇ, ਅੰਦਨ ਨਾਮ ਤੇ ਆਏ। ਇਹ ਗੁਰਸਿੱਖ ਨੂੰ ਸੱਚੀ ਬਾਣੀ ਪੜ੍ਹਨੀ ਚਾਹੀਦੀ ਹੈ ਤੇ ਨਾਲ ਬਾਣੀ ਅਨੁਸਾਰ ਹੀ ਧਰਮ ਕਰਮ ਕਰਨੇ ਚਾਹੀਦੇ ਨੇ। ਅੰਦਨ ਨਾਮ ਤੇ ਆਏ ਤੇ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਨਾਨਕ ਜਿਤ ਆਪੇ ਲਾਏ, ਤਿਤ ਲੱਗੇ, ਕਹਿਣਾ ਕਿਛੂ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਜੀਵਾਂ ਨੂੰ ਜਿਸ ਪਾਸੇ ਵਾਹਿਗੁਰੂ ਨੇ ਆਪ ਲਾਇਆ ਹੈ ਉਸੇ ਪਾਸੇ ਲੱਗੇ ਹਨ। ਕਹਿਣਾ ਕਿਛੂ ਨਾ ਜਾਏ, ਇਹਦੇ ਬਾਰੇ ਹੋਰ ਕੁਝ ਨਹੀਂ ਆਖਿਆ ਜਾ ਸਕਦਾ। ਜੋ ਵੀ ਕੁਝ ਹੋ ਰਿਹਾ ਹੈ ਵਾਹਿਗੁਰੂ ਦੇ ਭਾਣੇ ਵਿੱਚ ਤੇ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਮਹੱਲਾ ਤੀਜਾ। ਹਮ ਕਰ ਨਾਮ ਖਜ਼ਾਨਾ ਸਦਾ ਹੈ, ਭਗਤ ਪਰੇ ਭੰਡਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹਮੇਸ਼ਾ ਲਈ ਵਸਿਆ ਹੋਇਆ। ਭਗਤ ਪਰੇ ਭੰਡਾਰਾ, ਤੇ ਸਾਡੇ ਮਨ ਬੁੱਧੀ ਰੂਪੀ ਭੰਡਾਰੇ ਵੀ ਵਾਹਿਗੁਰੂ ਦੀ ਭਗਤੀ ਨਾਲ ਭਰੇ ਹੋਏ ਹਨ। ਸਤਿਗੁਰ ਦਾਤਾ ਜੀਅ ਕਾ, ਸਤ ਜੀਵੈ ਦੇਵਨਹਾਰਾ। ਭਾਈ ਸਤਿਗੁਰੂ ਸਾਡੇ ਜੀ ਦਾਨ ਦੇਣ ਵਾਲਾ ਦਾਤਾ ਹੈ। ਸਤਿਗੁਰੂ ਨੇ ਸਾਨੂੰ ਜੀ ਦਾਨ ਬਖਸ਼ਿਸ਼ ਕੀਤਾ ਹੈ। ਗੁਰਸਿੱਖੀ ਜੀਵਨ, ਆਤਮਕ ਜੀਵਨ, ਉੱਚਾ ਸੁੱਚਾ ਜੀਵਨ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ। ਸਤ ਜੀਵੈ ਦੇਵਨਹਾਰਾ, ਤੇ ਜਿਹੜਾ ਜੀ ਦਾਨ ਦੇਣ ਵਾਲਾ ਭਾਈ ਸਾਡਾ ਸਤਿਗੁਰੂ ਹੈ ਉਹ ਹਮੇਸ਼ਾ ਲਈ ਜਿਉਂਦਾ ਰਵੇ। ਅੰਦਨ ਕੀਰਤਨ ਸਦਾ ਕਰਹਿ, ਗੁਰ ਕਾ ਸ਼ਬਦ ਅਪਾਰਾ। ਗੁਰਮੁਖ ਵਿਅਕਤੀ ਦਿਨ ਰਾਤ ਵਾਹਿਗੁਰੂ ਦਾ ਜਸ ਕਰਦੇ ਰਹਿੰਦੇ ਹਨ। ਦਿਨ ਰਾਤ ਹਮੇਸ਼ਾ ਲਈ ਵਾਹਿਗੁਰੂ ਦਾ ਕੀਰਤਨ ਕਰਦੇ ਹਨ। ਕਿਵੇਂ? ਗੁਰ ਕਾ ਸ਼ਬਦ ਅਪਾਰਾ, ਗੁਰੂ ਕੇ ਅਪਾਰ ਸ਼ਬਦ ਦੁਆਰਾ। ਕਿਉਂਕਿ ਜਿਹੜੇ ਗੁਰਮੁਖ ਨੇ ਉਹ ਗੁਰੂ ਸ਼ਬਦ ਦੀ ਓਟ ਲੈ ਕੇ, ਗੁਰਬਾਣੀ ਦੀ ਓਟ ਲੈ ਕੇ, ਕਿਉਂਕਿ ਗੁਰੂ ਕਾ ਸ਼ਬਦ ਅਪਾਰਾ, ਅਪਾਰ ਸ਼ਕਤੀਆਂ ਦਾ ਮਾਲਕ ਹੈ। ਗੁਰ ਕਾ ਸ਼ਬਦ ਅਪਾਰਾ, ਗੁਰੂ ਕੇ ਅਪਾਰ ਬੇਅੰਤ ਸ਼ਕਤੀਆਂ ਵਾਲੇ ਗੁਰੂ ਸ਼ਬਦ ਦੁਆਰਾ ਗੁਰਮੁਖ ਪਿਆਰੇ ਰਾਤ ਦਿਨ ਹਮੇਸ਼ਾ ਲਈ ਵਾਹਿਗੁਰੂ ਦਾ ਜਸ ਕਰਦੇ ਹਨ। ਸ਼ਬਦ ਗੁਰੂ ਕਾ ਸਦ ਉਚਰਾ ਹੈ, ਜੁਗ ਜੁਗ ਵਰਤਾਵਨ ਹਾਰਾ। ਉਹ ਗੁਰਮੁਖ ਵਿਅਕਤੀ ਹਮੇਸ਼ਾ ਲਈ ਗੁਰੂ ਕਾ ਸ਼ਬਦ ਹੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਆ ਗੁਰੂ ਕਾ ਸ਼ਬਦ ਗੁਰਬਾਣੀ ਹੈ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਕੋ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਮੁਖ ਵਿਅਕਤੀ ਹਮੇਸ਼ਾ ਲਈ ਗੁਰੂ ਕਾ ਸ਼ਬਦ ਹੀ ਉਚਾਰਨ ਕਰਦੇ ਹਨ। ਜੁਗ ਜੁਗ ਵਰਤਾਵਨ ਹਾਰਾ, ਭਾਈ ਗੁਰੂ ਕਾ ਸ਼ਬਦ ਜੁਗਾਂ ਜੁਗਾਂ ਦੇ ਵਿੱਚ ਨਾਮ ਦਾ ਸ਼ਾਂਦਾ ਵਰਤਾਉਣ ਵਾਲਾ ਹੈ। ਜਿਹੜੇ ਗੁਰੂ ਸ਼ਬਦ ਨਾਲ ਜੁੜਦੇ ਨੇ, ਇਸ ਬਾਣੀ ਤੇ ਹਰ ਨਾਮ ਪਾਇੰਦਾ, ਉਹਨਾਂ ਨੂੰ ਅੱਗੇ ਨਾਮ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ। ਇਹੋ ਮਨੁਆ ਸਦਾ ਸੁਖ ਵਸੈ, ਸਹਜੇ ਕਰੇ ਵਾਪਾਰਾ। ਗੁਰਮੁਖਾਂ ਦਾ ਇਹ ਮਨ ਹਮੇਸ਼ਾ ਲਈ ਸੁਖ ਵਿੱਚ ਵਸਦਾ ਹੈ। ਕਿਉਂ? ਸਹਜੇ ਕਰੇ ਵਾਪਾਰਾ, ਵੀ ਉਹ ਸਹਜੇ ਆਪਣੇ ਮਨ ਨੂੰ ਸ਼ਾਂਤੀ ਤੇ ਧੀਰਜ ਦੇ ਵਿੱਚ ਲਿਆ ਕੇ ਸ਼ੁਭ ਗੁਣਾਂ ਦਾ ਵਪਾਰ ਕਰਦੇ ਨੇ, ਨਾਮ ਜਪਣ ਜਪਾਉਣ ਦਾ ਵਪਾਰ ਕਰਦੇ ਹਨ। ਅੰਤਰ ਗੁਰ ਗਿਆਨ ਹਰ ਰਤਨ ਹੈ, ਮੁਕਤ ਕਰਾਵਨ ਹਾਰਾ। ਉਹਨਾਂ ਗੁਰਮੁਖਾਂ ਦੇ ਅੰਦਰ
ਗੁਰੂ ਦਾ ਗਿਆਨ ਹੁੰਦਾ ਤੇ ਵਾਹਿਗੁਰੂ ਦੇ ਨਾਮ ਦਾ ਰਤਨ ਵੀ ਹੁੰਦਾ। ਮੁਕਤ ਕਰਾਵਣ ਹਾਰਾ, ਇਹ ਗੁਰੂ ਦਾ ਗਿਆਨ ਤੇ ਵਾਹਿਗੁਰੂ ਦਾ ਨਾਮ ਰੂਪੀ ਰਤਨ, ਇਹੀ ਭਾਈ ਮੁਕਤੀ ਕਰਾਉਣ ਵਾਲਾ ਹੈ, ਇਹੀ ਸਾਨੂੰ ਮੁਕਤੀ ਬਖਸ਼ਿਸ਼ ਕਰਨ ਵਾਲਾ ਹੈ। ਇਹ ਗੁਰਮੁਖਾਂ ਦੇ ਅੰਦਰ ਵਸ ਜਾਂਦਾ ਹੈ। ਨਾਨਕ ਜਿਸਨੂੰ ਨਦਰ ਕਰੇ ਸੋ ਪਾਏ, ਸੋ ਹੋਵੇ ਦਰ ਸਚਿਆਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਉਤੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਸੋ ਪਾਏ, ਉਹੀ ਇਸ ਗਿਆਨ ਨੂੰ ਤੇ ਨਾਮ ਨੂੰ ਪ੍ਰਾਪਤ ਕਰਦਾ। ਸੋ ਹੋਵੇ ਦਰ ਸਚਿਆਰਾ, ਜਿਸਨੂੰ ਗੁਰੂ ਦਾ ਗਿਆਨ ਤੇ ਵਾਹਿਗੁਰੂ ਦਾ ਨਾਮ ਰੂਪੀ ਰਤਨ ਮਿਲ ਜਾਂਦਾ ਹੈ, ਉਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਅਥਵਾ ਸੱਚਖੰਡ ਦਰਬਾਰ ਦੇ ਵਿੱਚ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਉਹ ਉੱਥੇ ਵੀ ਸਚਿਆਰ ਹੋ ਜਾਂਦਾ ਹੈ। ਪੌੜੀ ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਸਿੱਖ ਦੀ ਪਦਵੀ ਬਹੁਤ ਉੱਚੀ ਹੈ। ਧੰਨ ਧੰਨ ਸੋ ਗੁਰਸਿੱਖ ਕਹੀਏ, ਵੀ ਉਹ ਗੁਰਸਿੱਖ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ। ਤਨ ਕਰਕੇ, ਮਨ ਕਰਕੇ, ਬਾਣੀ ਕਰਕੇ, ਰੋਮ ਰੋਮ ਕਰਕੇ ਉਸ ਗੁਰਸਿੱਖ ਨੂੰ ਧੰਨ ਧੰਨ ਆਖੀਏ, ਜੋ ਸਤਿਗੁਰ ਚਰਨੀ ਜਾਏ ਪਿਆ। ਭਾਈ ਜੋ ਗੁਰਸਿੱਖ ਜਾ ਕੇ ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ ਹੈ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਹੈ ਉਹ ਗੁਰਸਿੱਖ, ਤੇ ਹਮੇਸ਼ਾ ਹੀ ਉਸਨੂੰ ਧੰਨ ਧੰਨ ਆਖੀਏ, ਜਿਨ ਹਰ ਨਾਮਾ ਮੁਖ ਰਾਮ ਕਹਿਆ, ਜਿਸਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤੇ ਆਪਣੇ ਮੁਖੋਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕੀਤਾ ਹੈ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ। ਧੰਨ ਹੈ ਉਹ ਗੁਰਸਿੱਖ, ਤੇ ਉਸ ਗੁਰਸਿੱਖ ਨੂੰ ਹਮੇਸ਼ਾ ਧੰਨ ਧੰਨ ਹੀ ਆਖਣਾ ਚਾਹੀਦਾ ਹੈ। ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ, ਜਿਸ ਨੂੰ ਵਾਹਿਗੁਰੂ ਦੇ ਨਾਮ ਦੇ ਸੁਣਨ ਦੇ ਨਾਲ ਮਨ ਵਿੱਚ ਆਨੰਦ ਪ੍ਰਗਟ ਹੋ ਗਿਆ। ਕਿਉਂਕਿ ਗੁਰਸਿੱਖ ਜਿੱਥੇ ਵਾਹਿਗੁਰੂ ਦਾ ਨਾਮ ਜਪਦੇ ਹਨ, ਉੱਥੇ ਨਾਲ ਸੁਣਦੇ ਵੀ ਹਨ, ਤੇ ਵਾਹਿਗੁਰੂ ਦੇ ਨਾਮ ਨੂੰ ਸੁਣਦਿਆਂ ਹੋਇਆਂ ਜਿਨ੍ਹਾਂ ਦੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਗਿਆ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣ ਕੇ ਵੀ ਦੁੱਖਾਂ ਪਾਪਾਂ ਦਾ ਜਦੋਂ ਨਾਸ ਹੁੰਦਾ ਹੈ, ਫਿਰ ਸਦਾ ਵਿਗਾਸ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਵੀ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਆਨੰਦ ਪ੍ਰਗਟ ਹੋਇਆ ਹੈ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਉਹ ਗੁਰਸਿੱਖ ਧੰਨ ਹੈ ਤੇ ਹਮੇਸ਼ਾ ਲਈ ਉਸ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਜਿਨ ਸਤਿਗੁਰ ਸੇਵਾ ਕਰ, ਜਿਸਨੇ ਸਤਿਗੁਰੂ ਦੀ ਸੇਵਾ ਕਰਕੇ ਹਰ ਨਾਮ ਲਿਆ ਤੇ ਗੁਰੂ ਦੇ ਪਾਸੋਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ। ਪਹਿਲਾਂ ਸੇਵਾ ਹੈ, ਫਿਰ ਸਿਮਰਨ ਹੈ। ਜਿਸਨੇ ਸਤਿਗੁਰੂ ਦੀ ਸੇਵਾ ਕਰਕੇ ਗੁਰੂ ਦੇ ਕੋਲੋਂ ਨਾਮ ਲਿਆ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਲਓ ਹੁਣ ਅੰਤਲੀ ਪੰਕਤੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਉਸ ਗੁਰਸਿੱਖ ਤੋਂ ਹਮੇਸ਼ਾ ਲਈ, ਮੈਂ ਉਸ ਗੁਰਸਿੱਖ ਨੂੰ ਹਮੇਸ਼ਾ ਲਈ ਨਮਸਕਾਰ ਕਰਦਾ ਹਾਂ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਜਿਹੜਾ ਗੁਰਸਿੱਖ ਗੁਰੂ ਦੇ ਭਾਣੇ ਵਿੱਚ ਚੱਲਿਆ ਹੈ, ਗੁਰੂ ਦੀ ਆਗਿਆ ਵਿੱਚ ਚੱਲਿਆ ਹੈ, ਇਹੀ ਸਭ ਤੋਂ ਔਖੀ ਗੱਲ ਹੈ। ਗੁਰੂ ਦੀ ਆਗਿਆ ਵਿੱਚ ਚੱਲਣਾ ਬਹੁਤ ਔਖੀ ਗੱਲ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਬਚਨ ਹਨ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਪਹਿਲਾਂ ਹੀ ਇਹ ਸਿਧਾਂਤ ਪ੍ਰਗਟਾ ਦਿੱਤਾ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਹੜਾ ਗੁਰਸਿੱਖ ਗੁਰੂ ਦਾ ਹੁਕਮ ਮੰਨਦਾ ਉਹੀ ਪ੍ਰਵਾਨ ਹੁੰਦਾ। ਤਿਸ ਗੁਰਸਿੱਖ ਕੋ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਉਸ ਗੁਰਸਿੱਖ ਨੂੰ ਮੈਂ ਹਮੇਸ਼ਾ ਲਈ ਨਮਸਕਾਰ ਕਰਦਾ ਹਾਂ, ਉਹਦੇ ਚਰਨਾਂ ਤੇ ਮੱਥਾ ਟੇਕਦਾ ਹਾਂ, ਜੋ ਗੁਰਸਿੱਖ ਗੁਰੂ ਦੇ ਭਾਣੇ ਵਿੱਚ ਚੱਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਬਚਨ ਹਨ,
ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੈ, ਆਪਣੇ ਪਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਪਾਣੀ ਵਿੱਚ ਚੱਲਦਾ ਹੈ ਉਹੀ ਗੁਰੂ ਨੂੰ ਪਿਆਰਾ ਲੱਗਦਾ ਹੈ, ਤੇ ਜਿਹੜਾ ਆਪਣੇ ਪਾਣੀ ਵਿੱਚ ਚੱਲਦਾ ਹੈ ਉਹ ਗੁਰੂ ਤੋਂ ਵਿਛੜ ਕੇ ਹਮੇਸ਼ਾ ਲਈ ਚੋਟਾਂ ਖਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਹ ਗੁਰਸਿੱਖ ਜਿਹੜਾ ਗੁਰੂ ਦੇ ਪਾਣੀ ਵਿੱਚ ਚੱਲਿਆ, ਜਿਸਨੇ ਗੁਰੂ ਦੀ ਆਗਿਆ ਨੂੰ ਸਿਰ ਮੱਥੇ ਤੇ ਕਬੂਲਿਆ, ਤੇ ਅਸੀਂ ਉਸ ਗੁਰਸਿੱਖ ਨੂੰ ਹਮੇਸ਼ਾ ਲਈ ਨਮਸਕਾਰ ਕਰਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਤੇ ਬੜੇ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰਿ ਨਾਮ ਲਿਆ। ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।